ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਤਾਂ ਅੱਜ ਅਸੀਂ ਮਿਤੀ 6/11/2020 ਦੀ ਪੈਚ ਸ਼ੀਟ 59 ਕਰਨ ਜਾ ਰਹੇ ਹਾਂ। ਮੈਨੂੰ ਉਮੀਦ ਹੈ ਕਿ ਹਰ ਰੋਜ਼ ਦੇ ਵਾਂਗ ਤੁਸੀਂ ਮੇਰੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਜ਼ਰੂਰ ਬਣੇ ਰਹੋਗੇ। ਤਾਂ ਚਲੋ ਸਭ ਤੋਂ ਪਹਿਲਾਂ ਵਿਸ਼ਾ ਪੰਜਾਬੀ ਤੋਂ ਸ਼ੁਰੂ ਕਰਦੇ ਹਾਂ। ਵਿਸ਼ਾ ਪੰਜਾਬੀ। ਸਭ ਤੋਂ ਪਹਿਲਾਂ ਅਸੀਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਚਲੋ ਪੈਰਾ ਪੜ੍ਹਨਾ ਸ਼ੁਰੂ ਕਰਦੇ ਹਾਂ। ਚੰਗੀ ਬੋਲਚਾਲ ਵੀ ਇੱਕ ਕਲਾ ਹੁੰਦੀ ਹੈ। ਸਾਡੇ ਬੋਲਚਾਲ ਨੂੰ ਸਾਡਾ ਪਰਿਵਾਰ, ਆਲਾ ਦੁਆਲਾ, ਚੰਗੀ ਸੰਗਤ ਆਦਿ ਪੱਖ ਬਹੁਤ ਪ੍ਰਭਾਵਿਤ ਕਰਦੇ ਹਨ। ਕਿਸੇ ਦੇ ਬੋਲਣ ਦੇ ਅੰਦਾਜ਼ ਤੋਂ ਹੀ ਅਸੀਂ ਉਸ ਦੇ ਗਿਆਨ, ਸੂਝ ਅਤੇ ਸਿਆਣਪ ਦਾ ਅੰਦਾਜ਼ਾ ਲਗਾ ਸਕਦੇ ਹਾਂ। ਬੋਲਣ ਦਾ ਅੰਦਾਜ਼ ਹਰ ਕਿਸੇ ਦਾ ਆਪਣਾ ਹੁੰਦਾ ਹੈ। ਬੋਲਦੇ ਤਾਂ ਸਾਰੇ ਹੀ ਹਨ, ਪਰ ਚੱਜ ਨਾਲ ਬੋਲਣ ਦੀ ਜਾਚ ਸਾਰਿਆਂ ਨੂੰ ਨਹੀਂ ਹੁੰਦੀ। ਰਸੀਲਾ ਬੋਲਣਾ, ਲੋੜ ਅਨੁਸਾਰ ਬੋਲਣਾ, ਮੌਕੇ ਮੁਤਾਬਿਕ ਬੋਲਣਾ ਆਦਿ ਪੱਖ ਚੰਗੇ ਮੰਨੇ ਜਾਂਦੇ ਹਨ। ਬੋਲ ਬਾਣੀ ਵਿੱਚ ਮਖੌਲੀਆ ਅੰਸ਼ ਚੰਗੀ ਗੱਲ ਹੁੰਦੀ ਹੈ, ਪਰ ਕਈ ਵਾਰ ਚੁਭਵੀਂ ਟਿੱਚਰ ਨਾਲ ਮਾਹੌਲ ਵਿਗੜ ਜਾਂਦਾ ਹੈ। ਕਈ ਵਾਰ ਯੱਕੜ ਮਾਰਨ ਵਾਲੇ ਲੋਕ ਬਾਤ ਦਾ ਬਤੰਗੜ ਬਣਾ ਦਿੰਦੇ ਹਨ। ਅਜਿਹੇ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ। ਇਸ ਲਈ ਹਮੇਸ਼ਾ ਸਲੀਕੇ ਨਾਲ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਫਰੈਂਡਸ, ਇਸ ਪੈਰੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਚੰਗੇ ਬੋਲਦੇ ਹਾਂ, ਯਾਨੀ ਕਿ ਚੰਗਾ ਬੋਲਣਾ ਵੀ ਇੱਕ ਕਲਾ ਹੈ। ਸਾਡੇ ਚੰਗੇ ਬੋਲਣ ਨਾਲ ਸਾਡਾ ਪਰਿਵਾਰ, ਆਲਾ ਦੁਆਲਾ ਅਤੇ ਸਾਡੀ ਸੰਗਤ ਆਦਿ ਦੇ ਪੱਖ ਬਹੁਤ ਪ੍ਰਭਾਵਿਤ ਕਰਦੇ ਹਨ। ਯਾਨੀ ਕਿ ਕਿਸੇ ਦੇ ਬੋਲਣ ਦੇ ਅੰਦਾਜ਼ ਤੋਂ ਹੀ ਅਸੀਂ ਉਸ ਦੇ ਗਿਆਨ, ਸੂਝ ਅਤੇ ਸਿਆਣਪ ਦਾ ਅੰਦਾਜ਼ਾ ਲਾਉਂਦੇ ਹਾਂ। ਜੇਕਰ ਕੋਈ ਚੰਗਾ ਬੋਲਦਾ ਹੈ, ਰਸੀਲਾ ਬੋਲਦਾ ਹੈ, ਲੋੜ ਅਨੁਸਾਰ ਬੋਲਦਾ ਹੈ, ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਗਿਆਨੀ ਅਤੇ ਸੂਝਵਾਨ ਹੈ। ਇਸ ਕਰਕੇ ਸਾਨੂੰ ਹਮੇਸ਼ਾ ਲੋੜ ਅਨੁਸਾਰ ਹੀ ਬੋਲਣਾ ਚਾਹੀਦਾ ਹੈ ਅਤੇ ਰਸੀਲਾ ਬੋਲਣਾ ਚਾਹੀਦਾ ਹੈ। ਤਾਂ ਚਲੋ ਹੁਣ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਾਂ। ਚੰਗੀ ਬੋਲਚਾਲ ਕੀ ਹੁੰਦੀ ਹੈ? ਭੈੜੀ ਆਦਤ, ਕਲਾ, ਜੀਭ, ਰਸਮ। ਫਰੈਂਡਸ, ਸਾਨੂੰ ਪਤਾ ਹੈ ਕਿ ਚੰਗੀ ਬੋਲਚਾਲ ਵੀ ਇੱਕ ਕਲਾ ਹੁੰਦੀ ਹੈ। ਤਾਂ ਐੜਾ ਆਪਸ਼ਨ ਬਿਲਕੁਲ ਸਹੀ ਹੈ। ਐੜਾ ਆਪਸ਼ਨ ਸਹੀ ਹੈ, ਕਲਾ। ਪ੍ਰਸ਼ਨ ਨੰਬਰ 2, ਕਿਸੇ ਦੀ ਬੋਲਣ ਜਾਚ ਤੋਂ ਅਸੀਂ ਕੀ ਅੰਦਾਜ਼ਾ ਲਗਾ ਸਕਦੇ ਹਾਂ? ਸੂਝ ਦਾ, ਸਿਆਣਪ ਦਾ, ਗਿਆਨ ਦਾ, ਉਪਰੋਕਤ ਸਭ ਦਾ। ਫਰੈਂਡਸ, ਜੇਕਰ ਅਸੀਂ ਚੰਗਾ ਬੋਲਦੇ ਹਾਂ ਤਾਂ ਜਾਂ ਮਾੜਾ ਬੋਲਦੇ ਹਾਂ ਤਾਂ ਸਾਡੀ ਸੂਝ ਦਾ, ਸਿਆਣਪ ਅਤੇ ਗਿਆਨ ਤਿੰਨਾਂ ਬਾਰੇ ਪਤਾ ਲੱਗ ਜਾਂਦਾ ਹੈ। ਇਸ ਕਰਕੇ ਉਪਰੋਕਤ ਸਾਰੇ ਸਹੀ ਆਪਸ਼ਨ ਹੈ। ਪ੍ਰਸ਼ਨ ਨੰਬਰ 3, ਪੈਰੇ ਵਿੱਚ ਮਖੌਲੀਆ ਸ਼ਬਦ ਦਾ ਕੀ ਅਰਥ ਹੈ? ਗੁੱਸੇ ਵਾਲਾ, ਮਜ਼ਾਕ ਕਰਨ ਵਾਲਾ, ਲੜਨ ਵਾਲਾ, ਗਾਲਾਂ ਕੱਢਣ ਵਾਲਾ। ਫਰੈਂਡਸ, ਸਾਨੂੰ ਪਤਾ ਹੈ ਮਖੌਲੀਆ ਮਤਲਬ ਮਖੌਲ ਕਰਨ ਵਾਲਾ। ਇਸ ਦਾ ਮਤਲਬ ਹੈ ਕਿ ਮਜ਼ਾਕ ਕਰਨ ਵਾਲਾ। ਤਾਂ ਐੜਾ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਹੇਠ ਲਿਖਿਆਂ ਵਿੱਚ ਕਿਹੜਾ ਮੁਹਾਵਰਾ ਹੈ? ਬਾਤ ਦਾ ਬਤੰਗੜ ਬਣਾਉਣਾ, ਸਲੀਕਾ ਦਿਖਾਉਣਾ, ਆਲਾ ਦੁਆਲਾ, ਮਾਹੌਲ ਸਿਰਜਣਾ। ਫਰੈਂਡਸ, ਬਾਤ ਦਾ ਬਤੰਗੜ ਬਣਾਉਣਾ ਇੱਕ ਮੁਹਾਵਰਾ ਹੈ, ਜਦਕਿ ਸਲੀਕਾ ਦਿਖਾਉਣਾ, ਮਾਹੌਲ ਸਿਰਜਣਾ, ਆਲਾ ਦੁਆਲਾ ਇਹ ਸਿੰਪਲ ਗਿਆਨ ਦੀਆਂ ਗੱਲਾਂ ਨੇ। ਜਸਟ ਜਿਹੜੇ ਮੁਹਾਵਰਾ ਨਹੀਂ ਹਨ। ਤਾਂ ਬਾਤ ਦਾ ਬਤੰਗੜ ਬਣਾਉਣਾ ਦਾ ਅਰਥ ਹੈ ਕਿ ਕਿਸੇ ਗੱਲ ਨੂੰ ਵਧਾ ਚੜ੍ਹਾ ਕੇ ਦੱਸਣਾ। ਤਾਂ ਊੜਾ ਆਪਸ਼ਨ ਸਹੀ ਹੈ। ਬਾਤ ਦਾ ਪਤੰਗੜ ਬਣਾਉਣਾ ਹੀ ਮੁਹਾਵਰਾ ਹੈ। ਪ੍ਰਸ਼ਨ ਨੰਬਰ 5, ਸਾਨੂੰ ਕਿਸ ਤਰ੍ਹਾਂ ਬੋਲਣਾ ਚਾਹੀਦਾ ਹੈ? ਬਿਨਾਂ ਸੋਚੇ ਸਮਝੇ, ਗੁੱਸੇ ਵਿੱਚ, ਸੋਚ ਸਮਝ ਕੇ, ਸਲੀਕੇ ਨਾਲ, ਟਿੱਚਰ ਨਾਲ। ਫਰੈਂਡਸ, ਸਾਨੂੰ ਪਤਾ ਹੈ ਕਿ ਸਾਨੂੰ ਹਮੇਸ਼ਾ ਸੋਚ ਸਮਝ ਕੇ ਅਤੇ ਸਲੀਕੇ ਨਾਲ ਬੋਲਣਾ ਚਾਹੀਦਾ ਹੈ, ਕਿਉਂਕਿ ਜਿਹੜਾ ਬਿਨਾਂ ਸੋਚੇ ਸਮਝੇ ਬੋਲਦਾ ਹੈ ਉਸਨੂੰ ਮੂਰਖ ਕਿਹਾ ਜਾਂਦਾ ਹੈ, ਅਤੇ ਜਿਹੜਾ ਗੁੱਸੇ ਵਿੱਚ ਬੋਲਦਾ ਹੈ ਉਸਨੂੰ ਅਸੀਂ ਗੁੱਸੈਲ ਕਹਿੰਦੇ ਹਾਂ। ਜਿਹੜਾ ਟਿੱਚਰਾਂ ਕਰਕੇ ਬੋਲਦਾ ਹੈ ਉਸ ਨਾਲ ਵੀ ਕਿਸੇ ਨੂੰ ਬੋਲਣਾ ਚੰਗਾ ਨਹੀਂ ਲੱਗਦਾ। ਤਾਂ ਸਾਨੂੰ ਹਮੇਸ਼ਾ ਸੋਚ ਸਮਝ ਕੇ ਅਤੇ ਸਲੀਕੇ ਨਾਲ ਹੀ ਬੋਲਣਾ ਚਾਹੀਦਾ ਹੈ। ਫਰੈਂਡਸ, ਤਾਂ ਜਿਹੜਾ ਪੰਜਾਬੀ ਵਿਸ਼ਾ ਹੈ ਉਹ ਖਤਮ ਹੋ ਗਿਆ ਹੈ। ਚਲੋ ਹੁਣ ਵਧਦੇ ਹਾਂ ਵਿਸ਼ਾ ਗਣਿਤ ਵੱਲ। ਪ੍ਰਸ਼ਨ ਨੰਬਰ 1 ਹੈ, ਸਥਾਨਕ ਮੁੱਲ ਸਾਰਣੀ ਅਨੁਸਾਰ ਅੰਕ 5 ਅਤੇ 4 ਦੇ ਸਥਾਨਕ ਮੁੱਲ ਦਾ ਗੁਣਨਫਲ ਕੀ ਹੋਵੇਗਾ? ਇਸ ਵਿੱਚ ਇਹ ਸਾਨੂੰ ਕਹਿ ਰਹੇ ਹਨ ਕਿ ਇਸ ਸਾਰਣੀ ਦੇ ਅਨੁਸਾਰ ਅਸੀਂ ਦੱਸਣਾ ਹੈ ਕਿ ਅੰਕ 5 ਦਾ ਅਤੇ 4 ਦੇ ਸਥਾਨਕ ਮੁੱਲ ਦਾ ਗੁਣਨਫਲ ਕੀ ਹੋਵੇਗਾ।
फ्रेंड्स जिस तरह सानू सारणी विच दिख रहा है कि जिहड़ा 5 है वो सैकड़े की सारणी विच है, अते जिहड़ा 4 है वो दहाई के स्थान पर है। सैकड़ा 5 सैकड़े के स्थान पर है अते 4 दहाई के स्थान पर। तो हुण आपां की जिस तरह आपां नूं पता है कि जेकर 5 सैकड़े के स्थान पर है तो 5 के पिछे कितनियां जीरोआं लगणगियां? 2 जीरोआं लगणगियां। दो जीरोआं 5 दियां अते 4 दी 1 जीरो, 4 दी 1 जीरो। तो जद असीं 5 दियां 2 जीरोआं नाल यानी कि 500 नूं 4 जीरो 40 नाल गुणा करांगे तो कितना आवेगा? देखो फ्रेंड्स 5 चौका 20 अते जिहड़ियां 2 जीरोआं हन ओह 50 दियां यानी कि 500 दियां, 2 जीरोआं 500 दियां अते 1 जीरो 4 दी। मैं तुहानूं एक बार लिख के दस दिंदी हाँ कि 5 दियां 2 जीरोआं फ्रेंड्स आ 2 जीरोआं हन, उस तो बाद 4 दी 1 जीरो, 1 जीरो। जद असीं 5 ਅਤੇ 4 ਨੂੰ गुणा करांगे तो 20 उत्तर आवेगा ਅਤੇ 2 जीरोआं 500 दियां 1 जीरो 40 दी। तो की उत्तर आवेगा 20। आ देखो फ्रेंड्स इन्होंने ऑप्शन दिता हुआ 20, 200, 2000 ਅਤੇ 20000। फ्रेंड्स सानू पता लग गया है कि 20000 है जिहड़ा वो सही उत्तर है। तो सस्सा ऑप्शन सही है। प्रश्न नंबर 2, हेठां दिते चित्तरां विचों किहड़ा चित्र रंगदार भाग दी भिन्न 1/3 दर्शा रहा है? भिन्न 1/3 मतलब यानी कि इस विच सानू पता लग रहा है कि कुल किन्ने भाग हन? 3 भाग हन। उहदे विचों जिहड़े रंगदार एक दर्शा रहा है कि एक विच रंग किया हुआ है। देखो फ्रेंड्स पहले 2 तो बिल्कुल गलत हैं क्योंकि इन्हां विच 4 भाग हैं। एक सर्कल है उहदे विच 4 भाग हैं तो दूसरे विच एक सर्कल दे 4 भाग हैं जो कि गलत है। ईड़ी अते सस्से विचों कोई एक होवेगा, इहदे विच 3 भाग हैं, इहदे विच भी 3 भाग हैं, परंतु इन्होंने सानू दस्सिया है कि भाग दी भिन्न 1/3 यानी कि एक डिफरेंट होना चाहिए, एक ते कलर होना चाहिए। तो एक विच रंग है तो सस्सा ऑप्शन जिहड़ा है वो सही है। सस्सा ऑप्शन अपना सही है। किहड़ी आकृति दे 6 तल हैं? फ्रेंड्स 6 तल देखो इहदा तो तल है ही नहीं तो इसका 1 2 3 4 आपां ऊड़े ऑप्शन तो लगते हाँ। इहदे विच एक तो जिस ते आह खड़ा है एक तल 2 4 कंधा। एक मिनट फ्रेंड्स देखो मैं समझाऊंदी हाँ। एक तल, दूसरा तल, पिछली जिहड़ी कंध है, साइड वाली इधर वाली कंध 2 अते एक इधर वाली कंध। तो कितनियां हो गईयां? 4 ये, एक उपर वाली छत ते एक थल्ले वाली जिस ते आह खड़िया है। तो कितनियां हो गईयां? 6। तो जिहड़ा ऊड़ा ऑप्शन है वही अपना सही है। प्रश्न नंबर 4, ध्यान नाल देखो कि सब तो घट भार किस वस्तु का है? देखो फ्रेंड्स आपां देखते हाँ। गाजरा की है 1 किलो 500 ग्राम। ऐड़ा आ कद्दू लग रहा है फ्रेंड्स 2 किलो 300 ग्राम। लड्डू 1 किलो 200 ग्राम अते बैंगन हैं 2 किलो 100 ग्राम। फ्रेंड्स सानू पता लग गया है कि देखो यह तो 2-2 किलो वाले हैं यानी कि इन्हां दा भार जिहड़ा है वो 1 किलो नालों ज़्यादा है अते एक इन्हां दा भार 1 किलो है। जब सानू पता लग गया कि दो ही जब 1 किलो दे हैं तो असीं की देखांगे? पिछली संख्या देखांगे कि किहड़ी छोटी है। उरे है देखो फ्रेंड्स इत्थे है 500 ग्राम अते इत्थे है
200 ਗ੍ਰਾਮ। ਤਾਂ ਇਹਨਾਂ ਵਿੱਚੋਂ 500 ਅਤੇ 200 ਗ੍ਰਾਮ ਵਿੱਚੋਂ ਕਿਹੜੀ ਛੋਟੀ ਹੈ? 200 ਗ੍ਰਾਮ ਵਾਲੀ। ਤਾਂ 1 ਕਿਲੋ 200 ਗ੍ਰਾਮ ਹੈ ਜਿਹੜਾ ਉਹ ਸਹੀ ਉੱਤਰ ਹੈ। ਪ੍ਰਸ਼ਨ ਨੰਬਰ 5, ਹੇਠ ਦਿੱਤੀ ਤਸਵੀਰ ਵਿੱਚ ਕਿੰਨੀਆਂ ਹੇਠ ਦਿੱਤੀ ਤਸਵੀਰ ਵਿੱਚ ਕਿੰਨੀਆਂ ਸਮਮਿਤੀ ਰੇਖਾਵਾਂ ਹਨ? ਸਮਮਿਤੀ ਮਤਲਬ ਸਿੱਧੀਆਂ ਰੇਖਾਵਾਂ ਹਨ। ਦੇਖੋ ਪਹਿਲਾਂ ਤਾਂ 1 2 3 4 5 6 7। ਫਰੈਂਡਸ ਦੇਖੋ 4 ਜਿਹੜੀਆਂ ਆਹ ਰੈਕਟੈਂਗਲ ਦੀਆਂ ਹਨ ਅਤੇ 3 ਜਿਹੜੇ ਇਹਦੇ ਉੱਤੇ ਹਨ। ਤਾਂ ਕਿੰਨੀਆਂ ਸਮਮਿਤੀ ਰੇਖਾਵਾਂ ਹਨ? 7। ਤਾਂ ਨੈਕਸਟ ਸਬਜੈਕਟ ਇੰਗਲਿਸ਼। ਇਹਦੇ ਵਿੱਚ ਵੀ ਅਸੀਂ ਪਹਿਲਾਂ ਇਹ ਪੈਰਾ ਪੜ੍ਹਨਾ ਹੈ, ਉਸ ਤੋਂ ਬਾਅਦ ਥੱਲੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਦੇਰ ਆਰ ਮੈਨੀ ਡਿਫਰੈਂਟ ਟਾਈਪਸ ਆਫ ਰੈਬਿਟਸ, ਯਾਨੀ ਕਿ ਜਿਹੜੇ ਰੈਬਿਟ ਯਾਨੀ ਕਿ ਖਰਗੋਸ਼ ਕਾਫੀ ਤਰ੍ਹਾਂ ਦੇ ਹੁੰਦੇ ਹਨ। ਇਟ ਇਜ਼ ਅ ਸ਼ਾਈ ਐਨੀਮਲ। ਸ਼ਾਈ ਮਤਲਬ ਸ਼ਰਮੀਲਾ। ਖਰਗੋਸ਼ ਕੀ ਹੈ? ਇੱਕ ਸ਼ਰਮੀਲਾ ਜਾਨਵਰ ਹੈ। Small rabbits can be 8 inches long and big rabbits can be 20 inches long। ਜਿਹੜੇ ਤਾਂ ਛੋਟੇ ਖਰਗੋਸ਼ ਹੁੰਦੇ ਹਨ ਉਹ 8 ਇੰਚ ਤੱਕ ਲੰਬੇ ਹੁੰਦੇ ਹਨ ਅਤੇ ਜਿਹੜੇ ਵੱਡੇ ਖਰਗੋਸ਼ ਹੁੰਦੇ ਹਨ ਉਹ ਕਿੰਨੇ ਇੰਚ ਤੱਕ ਹੁੰਦੇ ਹਨ? 20 ਇੰਚ ਤੱਕ ਹੁੰਦੇ ਹਨ। ਦੇ ਆਰ ਫਾਊਂਡ ਇਨ ਡਿਫਰੈਂਟ ਕਲਰਸ, ਯਾਨੀ ਕਿ ਉਹ ਡਿਫਰੈਂਟ ਯਾਨੀ ਕਿ ਅਲੱਗ-ਅਲੱਗ ਰੰਗਾਂ ਦੇ ਹੁੰਦੇ ਹਨ। ਲਾਈਕ ਜਿਵੇਂ ਕਿ ਵਾਈਟ ਚਿੱਟਾ, ਗ੍ਰੇ ਸੁਰਮੇ ਰੰਗੀ, ਬਰਾਊਨ ਭੂਰਾ ਐਂਡ ਬਲੈਕ ਅਤੇ ਕਾਲਾ। ਵਾਈਲਡ ਰੈਬਿਟਸ ਲਿਵ ਇਨ ਫੋਰੈਸਟ, ਯਾਨੀ ਕਿ ਜਿਹੜੇ ਜੰਗਲੀ ਖਰਗੋਸ਼ ਹੁੰਦੇ ਹਨ ਉਹ ਕਿਹਦੇ ਵਿੱਚ ਰਹਿੰਦੇ ਹਨ? ਜੰਗਲਾਂ ਵਿੱਚ ਰਹਿੰਦੇ ਹਨ। ਸਮ ਪੀਪਲ ਹੈਵ ਰੈਬਿਟਸ ਐਜ਼ ਪੈਟਸ। ਕੁਛ ਲੋਕ ਜਿਹੜੇ ਖਰਗੋਸ਼ ਹਨ, ਇਹ ਰੈਬਿਟਸ ਹਨ, ਉਹ ਪਾਲਤੂ ਜਾਨਵਰਾਂ ਵਾਂਗੂ ਵੀ ਆਪਣੇ ਘਰ ਵਿੱਚ ਰੱਖਦੇ ਹਨ। ਰੈਬਿਟਸ ਆਰ ਹਰਬੀਵੋਰਸ ਵਿਚ ਮੀਨਸ ਦੇ ਡੂ ਨੋਟ ਈਟ ਮੀਟ। ਜਿਹੜੇ ਖਰਗੋਸ਼ ਹਨ ਉਹ ਸ਼ਾਕਾਹਾਰੀ ਹਨ, ਯਾਨੀ ਕਿ ਉਹ ਮੀਟ ਮੱਛੀ ਕੁਛ ਵੀ ਨਹੀਂ ਖਾਂਦੇ। ਦੇ ਲਾਈਕ ਟੂ ਈਟ ਗ੍ਰਾਸ। ਉਹਨਾਂ ਨੂੰ ਕੀ ਪਸੰਦ ਹੈ ਖਾਣ ਵਿੱਚ? ਗ੍ਰਾਸ ਘਾਹ, ਸੀਡਸ ਕਿਸੇ ਚੀਜ਼ ਦੇ ਬੀਜ ਐਂਡ ਫਰੂਟਸ ਅਤੇ ਫਰੂਟਸ ਫਰੈਂਡਸ ਮਤਲਬ ਫਲ। ਵੈਸੇ ਰੈਬਿਟਸ ਨੂੰ ਗਾਜਰਾਂ ਵੀ ਬਹੁਤ ਪਸੰਦ ਹੁੰਦੀਆਂ ਹਨ। ਚਲੋ ਹੁਣ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਦਿੰਦੇ ਹਾਂ। ਰੈਬਿਟ ਇਜ਼ ਅ ਡੈਸ਼ ਐਨੀਮਲ, ਵਾਈਲਡ, ਪੈਟ, ਸ਼ਾਈ, ਆਲ ਆਫ ਅਬਵ। ਫਰੈਂਡਸ ਸਾਨੂੰ ਪਤਾ ਹੈ ਕਿ ਜਿਹੜੇ ਜੰਗਲੀ ਹੁੰਦੇ ਹਨ ਖਰਗੋਸ਼ ਉਹ ਜੰਗਲਾਂ ਵਿੱਚ ਰਹਿੰਦੇ ਹਨ, ਯਾਨੀ ਕਿ ਜੰਗਲੀ ਖਰਗੋਸ਼ ਵੀ ਹੁੰਦੇ ਹਨ। ਕੁਛ ਲੋਕ ਉਹਨਾਂ ਨੂੰ ਐਜ਼ ਅ ਪਾਲਤੂ ਜਾਨਵਰ ਪੈਟ ਵੀ ਰੱਖਦੇ ਹਨ ਅਤੇ ਇਹ ਸ਼ਾਏ ਵੀ ਯਾਨੀ ਕਿ ਸ਼ਰਮੀਲੇ ਵੀ ਹੁੰਦੇ ਹਨ। ਤਾਂ ਆਲ ਆਫ ਅਬਵ ਡੀ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਪ੍ਰਸ਼ਨ ਨੰਬਰ 2, ਹਾਊ ਲੌਂਗ ਕੈਨ ਬੀ ਬਿਗ ਰੈਬਿਟਸ। ਜਿਹੜੇ ਵੱਡੇ ਖਰਗੋਸ਼ ਹੁੰਦੇ ਹਨ ਉਹ ਕਿੰਨੇ ਲੰਬੇ ਹੋ ਸਕਦੇ ਹਨ? 8 ਇੰਚਿਸ, 10 ਇੰਚਿਸ, 20 ਇੰਚਿਸ, 30 ਇੰਚਿਸ। ਫਰੈਂਡਸ ਜਿਸ ਤਰ੍ਹਾਂ ਆਪਾਂ ਪੜ੍ਹਿਆ ਹੈ ਕਿ ਵੱਡੇ ਤੋਂ ਵੱਡਾ ਜਿਹੜਾ ਰੈਬਿਟ ਹੈ ਉਹ 20 ਇੰਚ ਤੱਕ ਲੰਬਾ ਹੋ ਸਕਦਾ ਹੈ। ਤਾਂ ਸੀ ਆਪਸ਼ਨ ਇਜ਼ ਰਾਈਟ। ਪ੍ਰਸ਼ਨ ਨੰਬਰ ਯਾਨੀ ਕਿ ਕੁਐਸਚਨ ਨੰਬਰ 3, ਵਟ ਇਜ਼ ਮੈਂਟ ਬਾਏ ਹਰਬੀਵੋਰਸ। ਯਾਨੀ ਕਿ ਹਰਬੀਵੋਰਸ ਤੋਂ ਕੀ ਭਾਵ ਹੈ? ਇਟ ਈਟਸ ਗ੍ਰਾਸ, ਇਟ ਈਟਸ ਮੀਟ, ਇਟ ਈਟਸ ਬੋਥ, ਨਨ ਆਫ ਥੀਸ। ਇਹ ਕਹਿ ਰਹੇ ਹਨ ਕਿ ਜਿਹੜੇ ਘਾਹ ਖਾਂਦੇ ਹਨ, ਮੀਟ ਖਾਂਦੇ ਹਨ, ਦੋਹੇ ਚੀਜ਼ਾਂ ਖਾਂਦੇ ਹਨ ਅਤੇ ਨਨ ਆਫ ਥੀਸ ਯਾਨੀ ਕਿ ਇਹਨਾਂ ਵਿੱਚੋਂ ਕੋਈ ਵੀ ਨਹੀਂ। ਫਰੈਂਡਸ ਸਾਨੂੰ ਪਤਾ ਹੈ ਕਿ ਹਰਬੀਵੋਰਸ ਉਹ ਹੁੰਦੇ ਹਨ ਜਿਹੜੇ ਘਾਹ ਖਾਂਦੇ ਹਨ। ਤਾਂ ਇਹ ਆਪਸ਼ਨ ਜਿਹੜਾ ਉਹ ਸਹੀ ਹੈ। ਫਾਈਂਡ ਦਾ ਪ੍ਰੋਨਾਊਨ। ਇਹਦੇ ਵਿੱਚੋਂ ਅਸੀਂ ਕੀ ਲੱਭਣਾ ਹੈ? ਪੜ੍ਹਨਾਂਵ। ਦੇ ਡੂ ਨੋਟ ਈਟ ਮੀਟ। ਇਹਦੇ ਵਿੱਚੋਂ ਫਰੈਂਡਸ ਦੇਖੋ ਪੜ੍ਹਨਾਂਵ ਕੀ ਹੈ ਜਿਹੜਾ ਨਾਂਵ ਦੇ ਥਾਂ 'ਤੇ ਵਰਤਿਆ ਜਾਵੇ। ਸਾਨੂੰ ਪਤਾ ਹੈ ਕਿ ਉਰੇ ਖਰਗੋਸ਼ ਦੀ ਥਾਂ 'ਤੇ ਦੇ ਵਰਤਿਆ ਗਿਆ ਹੈ, ਯਾਨੀ ਕਿ ਇੱਥੇ ਜਿੱਥੇ ਖਰਗੋਸ਼ ਲਿਖਣਾ ਸੀ ਉੱਥੇ ਇਹਨਾਂ ਨੇ ਕੀ ਲਿਖਿਆ? ਦੇ। ਇਸ ਦਾ ਮਤਲਬ ਕਿ ਜਿਹੜਾ ਪ੍ਰੋਨਾਊਨ ਕੀ ਹੈ? ਦੇ। ਬੀ ਇਜ਼ ਦ ਰਾਈਟ ਆਪਸ਼ਨ। ਕੁਐਸਚਨ ਨੰਬਰ 5, ਐਜ਼ ਈਟ ਇਜ਼ ਟੂ ਈਟਿੰਗ, ਲਾਈਕ ਇਜ਼ ਟੂ। ਫਰੈਂਡ ਜਿਸ ਤਰ੍ਹਾਂ ਈਟ ਨੂੰ ਆਪਾਂ ਈਟਿੰਗ ਕਹਿੰਦੇ ਹਾਂ, ਯਾਨੀ ਕਿ ਜੇਕਰ ਈਟਿੰਗ ਨੂੰ ਹੈ ਤਾਂ ਲਾਈਕ ਕੀ ਹੋਏਗਾ? ਜੇ ਆਪਾਂ ਈਟ ਨੂੰ ਈਟਿੰਗ ਲਿਖ ਸਕਦੇ ਹਾਂ ਤਾਂ ਲਾਈਕ ਨੂੰ ਕੀ ਲਿਖ ਸਕਦੇ ਹਾਂ? ਲਾਈਕਿੰਗ, ਲਿਕਿੰਗ, ਲਾਈਕਿੰਗ, ਲਾਈਕੀ। ਫਰੈਂਡ ਸਾਨੂੰ ਪਤਾ ਹੈ ਕਿ
जेकर ईटिंग है यानी कि ईट के पिछे ING जो लग गया उदो ईटिंग बन गया, तो जो लाइक के पिछे ING लगेगा तो वह लाइकिंग बन जाएगा। उरे ई नहीं आया क्योंकि अगे आई सीगा, इस करके उरे लाइकिंग ਜਿਹੜੇ C ऑप्शन है वो सही है। उरे की है डबल के आ गया, जबकि लाइक विच ਤਾਂ ਸਿੰਗਲ यानी कि एक के ਹੁੰਦਾ ਤੇ ਉਰੇ 2 के ਹਨ, ਤਾਂ ਇਹ भी गलत है। B ऑप्शन विच लाइकिंग डबल I आ गया, जबकि ईटिंग विच जब एक I आया है तो उरे 2 I किवें आ गए, तो ये ऑप्शन भी जिहड़ा है वो गलत है। तो सही ऑप्शन किहड़ा होवेगा? C लाइकिंग। अगला विषय हिंदी। इसमें भी हमने पहले ये पैरा पढ़ना है, उसके बाद पूछे गए प्रश्न के उत्तर देने हैं। शाम को काजल अपने पिताजी के साथ बाजार गई। उन्हें उसके पिताजी के मित्र मोहनलाल जी मिले। वे बोले, वाह बेटी, मैंने फेसबुक पर तुम्हारे अंग्रेजी में संवाद के कुछ वीडियो देखे हैं। फ्रेंड्स, इसमें ये हमें बोल रहे हैं कि एक दिन जो काजल है वो अपने पिताजी के साथ बाज़ार गई। जब वो बाज़ार में घूम रहे थे तो उन्होंने देखा कि उसके पिताजी के मित्र मोहनलाल भी बाज़ार आए हुए थे और वह काजल को देख के बोले कि वाह बेटी, मैंने फेसबुक पर तुम्हारे अंग्रेज़ी में संवाद के कुछ वीडियो देखे हैं। सरकारी स्कूल में पढ़ने पर भी तुम बहुत बढ़िया अंग्रेज़ी बोलती हो। इस पर काजल के पिताजी बोले, मोहनलाल जी, सरकारी स्कूलों को अब अन्य स्कूलों से कम मत समझिए। सरकारी स्कूल भी अब स्मार्ट स्कूल बन गए हैं। तकनीक में बेहतर बदलाव आ चुका है। अंग्रेज़ी भाषा के लिए स्कूलों में अंग्रेज़ी बूस्टर क्लब बनाए गए हैं। मोहनलाल जी ने पूछा, यह क्यों बनाए गए हैं? इस पर काजल के पिताजी बोले, इनका मुख्य उद्देश्य बच्चों की अंग्रेज़ी भाषा पर पकड़ मजबूत करना है, उनकी अंग्रेज़ी बोलने की झिझक को दूर करना, उनका आत्मविश्वास बढ़ाना तथा सीखने के लिए अच्छे परिणाम प्राप्त करना है। यह सुनकर मोहनलाल जी गदगद हो गए और बोले, यह तो शिक्षा विभाग का बहुत ही सराहनीय प्रयास है। उन्होंने अपनी बेटी प्रिया का दाखिला सरकारी स्कूल में करवाने का निर्णय लिया। काजल के पिताजी हंसते हुए बोले, अंग्रेज़ी बूस्टर क्लब जब से बन गए, नई सोच को पंख लग गए। यह कहकर दोनों आगे बढ़ गए। फ्रेंड्स, इस पैरे में हमें ये बता रहे हैं कि जो एक काजल है वो एक दिन अपने पिताजी के साथ बाज़ार में गई। वहाँ पर उसे उनके पिताजी के दोस्त मोहनलाल जी मिले और वह काजल को देख के बोले, क्योंकि काजल को बहुत अच्छी अंग्रेज़ी बोलनी आती थी, तो उसके फेसबुक पर उन्होंने काफ़ी वीडियोस देखे हैं, तो वह उसे शाबाश देने लगे कि तुम सरकारी स्कूल में पढ़ के भी तुम इतनी अच्छी अंग्रेज़ी बोल लेती हो। ये बात सुन के काजल के पिताजी बोले कि आजकल सरकारी स्कूल भी अन्य स्कूलों यानी कि प्राइवेट स्कूलों से कम नहीं रहे हैं। वहाँ पर भी नई नई तकनीकें आ गई हैं। सरकारी स्कूल भी अब स्मार्ट स्कूल बन गए हैं। उन्होंने बोला कि आजकल तकनीक में भी काफ़ी बदलाव आ चुका है। अंग्रेज़ी भाषा के लिए स्कूलों में अंग्रेज़ी बूस्टर क्लब यानी कि जिसमें वह बच्चों को अंग्रेज़ी सिखाते हैं, जिसमें वह उनकी झिझक और आत्मविश्वास बढ़ाते हैं, झिझक को कम करते हैं और उन्हें उनकी इंग्लिश का यानी कि अंग्रेज़ी की पकड़ को मजबूत करते हैं। तो फ्रेंड्स, यह सुनकर मोहनलाल जी थे बहुत हैरान हुए और वो बोले कि जो उनकी बेटी है यानी कि प्रिया, वह उसका दाखिला भी सरकारी स्कूल में करवाएंगे। तो जो काजल के पिताजी हैं वो हंसते हुए बोलते हैं कि अंग्रेज़ी बूस्टर क्लब जब से बन गए हैं, नई सोच को पंख लग गए हैं, यानी कि नई सोच और बढ़ने लगी है। यह कहकर दोनों आगे बढ़ गए। तो फ्रेंड्स, चलो अब प्रश्न करते हैं। प्रश्न नंबर 1, काजल अपने पिता के साथ कहाँ गई? मेले में, बाजार, पार्क में, प्रिया के घर। फ्रेंड्स, हमें पता है कि वह कहाँ घूम रहे थे, बाजार में, तो जो सेकंड ऑप्शन है वो सही है, बाजार में। प्रश्न नंबर 2,
सरकारी स्कूलों में अंग्रेजी भाषा में निपुणता के लिए कौन से क्लब बनाए गए हैं? इको क्लब, गाइड क्लब, स्काउट क्लब, अंग्रेजी बूस्टर क्लब। फ्रेंड्स, जैसे कि हमने पढ़ा है कि सरकारी स्कूलों में अंग्रेजी सिखाने के लिए कौन से क्लब बनाए गए हैं? अंग्रेजी बूस्टर क्लब। प्रश्न नंबर 3, संवाद शब्द का क्या अर्थ है? गीत, बातचीत, चित्र, कहानी। फ्रेंड्स, संवाद का मतलब होता है बातचीत, अपने विचार सामने रखना और दूसरों के विचार सुनना। आपस में जब हम बातचीत करते हैं, अपने विचार एक दूसरे के साथ साझे करते हैं, तो उसे क्या बोलते हैं? बातचीत, यानी कि संवाद। प्रश्न नंबर 4, अंग्रेजी बूस्टर क्लब का उद्देश्य क्या है? विद्यार्थियों की अंग्रेजी बोलने की झिझक दूर करना, आत्मविश्वास बढ़ाना, सीखने के परिणाम प्राप्त करना। उपरोक्त सभी। फ्रेंड्स, हमें पता है कि अंग्रेजी बूस्टर क्लब का क्या काम था? बच्चों की अंग्रेजी बोलने की झिझक दूर करना भी था, उनका आत्मविश्वास बढ़ाना और उनको सीखने के परिणाम प्राप्त कराना भी था। तो इसका सही उत्तर है उपरोक्त सारे। प्रश्न नंबर 5, पंख लगना मुहावरे का क्या अर्थ है? उड़ान भरना, पंख काट लेना, पंख इकट्ठे करना, पक्षियों को कैद करना। फ्रेंड्स, हमें पता है कि पंख लगाने का क्या अर्थ है? उड़ान भरना। फर्स्ट ऑप्शन है जो वो सही है। नेक्स्ट विषय वातावरण सिक्ख्या। ਅੱਜ ਕੱਲ ਕਿੱਤੇ ਸਿੱਖਣ ਲਈ ਕੋਰਸ ਕੀਤੇ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਕਿੱਤੇ ਸਿੱਖਣ ਦੀ ਲੋੜ ਨਹੀਂ ਪੈਂਦੀ ਸੀ, ਸਿੱਖਣ ਲਈ ਮਿਹਨਤ ਨਹੀਂ ਕਰਨੀ ਪੈਂਦੀ ਸੀ, ਪੁਰਖਿਆਂ ਜਾਂ ਉਸਤਾਦਾਂ ਤੋਂ ਸਿੱਖੇ ਜਾਂਦੇ ਸਨ, ਸਿੱਖਣ ਲਈ ਵਿਦੇਸ਼ ਜਾਣਾ ਪੈਂਦਾ ਸੀ। ਫਰੈਂਡਸ, ਪੁਰਖਿਆਂ ਅਤੇ ਉਸਤਾਦਾਂ ਤੋਂ ਸਿੱਖੇ ਜਾਂਦੇ ਸਨ, ਮਤਲਬ ਕਿ ਜੇਕਰ ਘਰ ਵਿੱਚ ਕੋਈ ਵੱਡਾ ਹੈ ਜਾਂ ਪਿੰਡ ਵਿੱਚ ਕੋਈ ਵੱਡਾ ਹੈ ਜਿਸ ਨੂੰ ਉਹ ਕਿੱਤਾ ਆਉਂਦਾ ਹੋਵੇ, ਤਾਂ ਜਿਹੜੇ ਬੱਚੇ ਸੀ, ਉਹ ਬੱਚੇ ਜਾਂ ਫਿਰ ਵੱਡੇ ਉਹਨਾਂ ਤੋਂ ਸਿੱਖ ਲੈਂਦੇ ਸਨ। ਜਿੱਦਾਂ ਕਿ ਜੇ ਕੋਈ ਬੱਚਾ ਘੁਮਿਆਰ ਦੇ ਘਰ ਜਾਂਦਾ ਹੈ, ਤਾਂ ਘੁਮਿਆਰ ਕੀ ਕਰਦਾ ਹੈ? ਭਾਂਡੇ ਬਣਾਉਂਦਾ ਹੈ, ਅਤੇ ਫਿਰ ਉਹ ਬੱਚਾ ਘੁਮਿਆਰ ਤੋਂ ਭਾਂਡੇ ਬਣਾਉਣੇ ਸਿੱਖਦਾ ਸੀ, ਮਿੱਟੀ ਦੇ ਭਾਂਡੇ ਬਣਾਉਣੇ ਸਿੱਖਦਾ ਸੀ। ਪ੍ਰਸ਼ਨ ਨੰਬਰ 2, ਵੱਡੇ ਸ਼ਹਿਰਾਂ ਵਿੱਚ ਜਗ੍ਹਾ ਦੀ ਘਾਟ ਕਾਰਨ ਬਹੁ ਮੰਜ਼ਲੇ ਘਰ ਬਣਾਏ ਜਾਂਦੇ ਹਨ। ਇਹਨਾਂ ਘਰਾਂ ਨੂੰ ਕੀ ਕਿਹਾ ਜਾਂਦਾ ਹੈ? ਉੱਚੇ ਘਰ, ਛੋਟੇ ਘਰ, ਫਲੈਟ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਫਰੈਂਡਸ, ਉਹਨਾਂ ਬਹੁ ਮੰਜ਼ਲੇ ਘਰਾਂ ਨੂੰ ਕੀ ਕਿਹਾ ਜਾਂਦਾ ਹੈ? ਫਲੈਟ। ਫਰੈਂਡਸ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ, ਮੋਹਾਲੀ, ਪਟਿਆਲੇ ਵਰਗੇ ਵੱਡੇ ਸ਼ਹਿਰਾਂ ਵਿੱਚ ਕੀ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਜਨਸੰਖਿਆ ਹੈ, ਉਹ ਜ਼ਿਆਦਾਤਰ ਲੋਕ ਕੀ ਹਨ? ਸ਼ਹਿਰਾਂ ਵੱਲ ਜਾ ਰਹੇ ਹਨ। ਤਰੱਕੀ ਕਰਕੇ ਉਹ ਸ਼ਹਿਰਾਂ ਵੱਲ ਜਾ ਰਹੇ ਹਨ। ਇਸ ਕਰਕੇ ਉੱਥੇ ਆਬਾਦੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਉਸ ਆਬਾਦੀ ਨੂੰ ਰਹਿਣ ਲਈ ਥਾਂ ਕਿਸ ਕਰਕੇ ਮਿਲ ਰਿਹਾ ਹੈ? ਫਲੈਟਾਂ ਕਰਕੇ, ਕਿਉਂਕਿ ਜਿਹੜੇ ਲੋਕ ਹਨ ਉਹ ਬਹੁ ਮੰਜ਼ਿਲਾ ਇਮਾਰਤਾਂ ਬਣਾ ਕੇ ਯਾਨੀ ਕਿ ਜਿਹੜੇ ਫਲੈਟ ਹਨ ਉਹਨਾਂ ਵਿੱਚ ਰਹਿ ਲੈਂਦੇ ਹਨ। ਪ੍ਰਸ਼ਨ ਨੰਬਰ 3, ਮਸਾਲਿਆਂ ਸੰਬੰਧੀ ਕਿਹੜਾ ਕਥਨ ਗਲਤ ਹੈ? ਮਸਾਲੇ ਭੋਜਨ ਨੂੰ ਰੰਗ ਦਿੰਦੇ ਹਨ, ਮਸਾਲੇ ਭੋਜਨ ਨੂੰ ਸੁਗੰਧ ਦਿੰਦੇ ਹਨ, ਮਸਾਲਿਆਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਮਸਾਲਿਆਂ ਵਿੱਚ ਸੁਗੰਧ ਲਈ ਰਸਾਇਣਕ ਪਦਾਰਥ ਪਾਇਆ ਜਾਂਦਾ ਹੈ। ਫਰੈਂਡਸ, ਦੇਖੋ, ਜਿਹੜੇ ਮਸਾਲੇ ਹਨ ਉਹ ਯਾਨੀ ਕਿ ਕੀ ਹੁੰਦੇ ਹਨ? ਉਹ ਸਾਨੂੰ ਪੇੜਾਂ ਅਤੇ ਪੌਦਿਆਂ ਤੋਂ ਮਿਲਦੇ ਹਨ, ਇਸ ਕਰਕੇ ਉਹ ਪੂਰੇ ਨੈਚੁਰਲ ਹੁੰਦੇ ਹਨ। ਤਾਂ ਮਸਾਲੇ ਭੋਜਨ ਨੂੰ ਰੰਗ ਵੀ ਦਿੰਦੇ ਹਨ, ਇਹ ਵੀ ਠੀਕ ਹੈ। ਮਸਾਲੇ ਭੋਜਨ ਨੂੰ ਸੁਗੰਧ ਦਿੰਦੇ ਹਨ, ਇਹ ਵੀ ਠੀਕ ਹੈ। ਮਸਾਲਿਆਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਫਰੈਂਡਸ, ਜਿਸ ਤਰ੍ਹਾਂ ਮਸਾਲੇ ਕੀ ਹੈ? ਅਜਵਾਇਣ ਵੀ ਮਸਾਲੇ ਵਿੱਚ ਹੀ ਆਉਂਦਾ ਹੈ, ਠੀਕ ਹੈ, ਜੀਰਾ ਵੀ। ਇਸ ਲਈ ਜਿਹੜੇ ਮਸਾਲੇ ਹਨ ਇਹ ਕਈ ਬਿਮਾਰੀਆਂ ਠੀਕ ਕਰਨ ਲਈ ਵੀ ਵਰਤੇ ਜਾਂਦੇ ਹਨ, ਇਹ ਵੀ ਸਹੀ ਹੈ। ਮਸਾਲਿਆਂ ਵਿੱਚ ਸੁਗੰਧ ਲਈ ਰਸਾਇਣਕ ਪਦਾਰਥ ਪਾਇਆ ਜਾਂਦਾ ਹੈ। ਫਰੈਂਡਸ, ਇਹ ਗਲਤ ਹੈ। ਵੈਸੇ ਅੱਜ ਕੱਲ੍ਹ ਦੇ ਮਿਲਾਵਟੀ ਯੁੱਗ ਵਿੱਚ ਕਈ ਚੀਜ਼ਾਂ ਮਿਲਾਵਟੀ ਆਉਂਦੀਆਂ ਹਨ, ਤਾਂ ਇਹ ਵੀ ਮਿਲਾਵਟੀ ਹੋ ਸਕਦੇ ਹਨ, ਪਰੰਤੂ ਬਹੁਤ ਘੱਟ ਹੁੰਦਾ ਹੈ ਕਿ ਮਸਾਲਿਆਂ ਵਿੱਚ ਮਿਲਾਵਟ ਹੋਵੇ। ਤਾਂ ਜਿਹੜਾ 4th ਆਪਸ਼ਨ ਹੈ ਉਹ ਸਹੀ ਹੈ। ਪ੍ਰਸ਼ਨ ਨੰਬਰ 4, ਸ਼ਹਿਦ ਦੀਆਂ ਮੱਖੀਆਂ ਰੁੱਖਾਂ ਦੀ ਟਾਹਣੀਆਂ ਉੱਤੇ ਆਪਣਾ ਘਰ ਬਣਾ ਲੈਂਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦੇ ਘਰ ਨੂੰ ਕੀ ਕਿਹਾ ਜਾਂਦਾ ਹੈ? ਆਲਣਾ, ਛੱਤਾਂ, ਘਰ,
ਝੁੰਡ। ਫਰੈਂਡਸ ਦੇਖੋ ਉਰੇ ਬਿੰਦੀ ਨਹੀਂ ਆਉਣੀ ਸੀਗੀ, ਵੈਸੇ ਛੱਤਾ ਕਿਹਾ ਜਾਂਦਾ ਹੈ। ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਦੇ ਘਰ ਨੂੰ ਛੱਤਾ ਕਹਿੰਦੇ ਆ। ਆਪਾਂ ਕਹਿੰਦੇ ਹਾਂ ਕਿ ਦੇਖੋ ਪੇੜ ਉੱਤੇ ਮੱਖੀਆਂ ਦਾ ਛੱਤਾ ਲੱਗਿਆ ਹੋਇਆ ਹੈ। ਉਰੇ ਜਿਹੜੀ ਕੰਨੇ ਉੱਤੇ ਬਿੰਦੀ ਹੈ ਉਹ ਗਲਤ ਹੈ, ਬਿੰਦੀ ਨਹੀਂ ਆਉਣੀ ਸੀ, ਵਰਨਾ ਜਿਹੜਾ ਛੱਤਾ ਹੈ ਉਹ ਸਹੀ ਹੈ, ਛੱਤਾ ਹੀ ਸਹੀ ਘਰ ਹੈ। ਗਲਤ ਜੋੜੇ ਦੀ ਪਹਿਚਾਣ ਕਰੋ। ਬਿੱਲੀ ਬਲੂੰਗੜਾ, ਬੱਕਰੀ ਮੇਮਣਾ, ਕੁੱਤੀ ਕਤੂਰਾ, ਭੇਡ ਵਛੇਰਾ। ਫਰੈਂਡਸ ਦੇਖੋ ਬਿੱਲੀ ਦਾ ਬੱਚਾ ਬਲੂੰਗੜਾ, ਬੱਕਰੀ ਦਾ ਬੱਚਾ ਮੇਮਣਾ, ਕੁੱਤੀ ਦਾ ਬੱਚਾ ਕਤੂਰਾ, ਭੇਡ ਦਾ ਬੱਚਾ ਕੀ ਹੁੰਦਾ ਹੈ, ਮੇਮਣਾ ਕਹਿੰਦੇ ਹਨ ਉਸ ਨੂੰ ਵੀ, ਪਰੰਤੂ ਜਿਹੜਾ ਵਛੇਰਾ ਹੈ ਉਹ ਘੋੜੀ ਦਾ ਹੁੰਦਾ ਹੈ। ਤਾਂ ਜਿਹੜਾ 4th ਆਪਸ਼ਨ ਹੈ ਉਹ ਸਹੀ ਹੈ, ਯਾਨੀ ਕਿ ਇਹਨਾਂ ਵਿੱਚੋਂ ਗਲਤ ਜੋੜਾ ਕਿਹੜਾ ਹੈ, ਚੌਥਾ ਜੋੜਾ ਗਲਤ ਹੈ। ਤਾਂ ਫਰੈਂਡਸ ਇਹ ਸੀ ਸਾਡੀ ਅੱਜ ਦੀ ਪੈਚ ਸ਼ੀਟ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪੈਚ ਸ਼ੀਟ ਜਿਹੜੀ ਹੈ ਉਹ ਸਮਝ ਆ ਗਈ ਹੋਵੇਗੀ ਅਤੇ ਤੁਸੀਂ ਇਸ ਨੂੰ ਇੱਕ ਵਾਰ ਖੁਦ ਕਰਨ ਦੀ ਵੀ ਕੋਸ਼ਿਸ਼ ਜ਼ਰੂਰ ਕਰਿਓ। ਤਾਂ ਓਕੇ ਫਰੈਂਡਸ, ਬਾਏ, ਹੈਵ ਅ ਨਾਈਸ ਡੇ।